ਤਾਂ ਕਿ ਕੋਈ ਬੰਦਾ ਕਿਤੇ ਕੋਈ ਨੁਕਤਾਚੀਨੀ ਜਾਂ ਕੋਈ ਪੋਲੀਟੀਕਲੀ ਇੱਧਰ ਉੱਧਰ ਦੀ ਗੱਲ ਕਰਨ ਤੋਂ ਗੁਰੇਜ਼ ਕਰੇ। ਸੋ ਅਸੀਂ ਇਹ ਜਿਹੜਾ ਰੋਸ ਮਾਰਚ ਹੈਗਾ, ਰੋਸ ਯਾਤਰਾ ਹੈਗੀ, ਇਹ 5 ਦਿਨ ਦੀ ਹੋਈ। ਜਾਂ ਸਾਈਕਲ ਔਨ ਰੋਡ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪਹਿਲੀ ਰਾਤ ਬਿਆਸ ਵਿਖੇ ਗੁਜ਼ਾਰਨਗੇ ਤੇ ਉੱਥੋਂ ਫਿਰ ਪੰਜਵਾਂ ਦਿਨ ਜਿਹੜਾ ਪੰਜਵੇਂ ਦਿਨ 4 ਰਾਤਾਂ 5 ਦਿਨ ਪੰਜਵੇਂ ਦਿਨ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੈਮੋਰੈਂਡਮ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਨੇ ਮੰਗ ਕੀਤੀ ਆ ਮੈਮੋਰੈਂਡਮ ਦੇ ਵਿੱਚ ਸਾਡਾ ਦੇਸ਼ ਫੈਡਰਲ ਸਿਸਟਮ ਦੇ ਵਿੱਚ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਲੋਕ ਇਨਸਾਫ ਪਾਰਟੀ ਹਮੇਸ਼ਾ, ਕਿਉਂਕਿ ਅਕਾਲੀ ਦਲ ਵਾਲੇ ਤਾਂ ਛੱਡ ਗਏ ਅਧਿਕਾਰਾਂ ਦੇ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ, ਤਲਾਂਜਲੀ ਦੇ ਕੇ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ। ਲੋਕ ਇਨਸਾਫ ਪਾਰਟੀ ਨੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਹਮੇਸ਼ਾ ਗੱਲ ਕਰਦੇ ਹੋਏ ਤਸ਼ੱਦਦ ਵੀ ਸਹਿਆ। ਪਾਣੀ ਦੀ ਕੀਮਤ ਵਸੂਲੀ ਵਾਸਤੇ ਵਿਧਾਨ ਸਭਾ ਦੇ ਅੰਦਰ ਚਾਹੇ ਕੁੱਟ ਖਾਣੀ ਪਈ, ਜਲੀਲ ਹੋਣਾ ਪਿਆ। ਜਿਹੜੇ ਕੇਂਦਰ ਨੇ ਆਰਡੀਨੈਂਸ ਪਾਸ ਕਰਕੇ ਕਾਨੂੰਨ ਬਣਾ ਕੇ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਸਤੇ ਘੜੇ ਹੈ, ਇਹ ਸਟੇਟ ਸਬਜੈਕਟ ਹੋ ਗਿਆ, ਮਤਲਬ ਕਿ ਰਾਜਾਂ ਦਾ ਅਧਿਕਾਰ। ਰਾਜਾਂ ਦੇ ਅਧਿਕਾਰਾਂ ਦੀ ਗੱਲ ਹਮੇਸ਼ਾ ਪੰਜਾਬ ਨੇ ਕੀਤੀ ਹੈ, ਪੰਜਾਬੀਆਂ ਨੇ ਕੀਤੀ ਹੈ। ਚਾਹੇ ਉਹ ਵੇਲਾ ਪਹਿਲਾਂ ਦਾ ਦੇਖ ਲਓ, ਤੁਸੀਂ ਅਕਾਲੀ ਦਲ ਇਤਿਹਾਸ ਕੱਢ ਕੇ ਦੇਖ ਲਓ, ਅਕਾਲੀ ਦਲ ਹਮੇਸ਼ਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ। ਛੋਟੀ ਜੀ ਪਾਰਟੀ ਉਹ ਪੂਰੇ ਦੇਸ਼ ਦੇ ਅੰਦਰ ਲੀਡ ਕਰਦੀ ਸੀ। ਜੇ ਕੇਂਦਰ ਦੀ ਵਜ਼ਾਰਤ ਨੇ ਆਰਡੀਨੈਂਸ ਪਾਸ ਕੀਤਾ ਤੇ ਅਕਾਲੀ ਦਲ ਦੀ ਸਤਿਕਾਰਯੋਗ ਮੰਤਰੀ ਉਸ ਵਜ਼ਾਰਤ ਦੇ ਵਿੱਚ ਆਰਡੀਨੈਂਸ ਪਾਸ ਕਰਨ ਵੇਲੇ ਸ਼ਾਮਲ ਹੈਗੀ, ਉਹਦੇ ਦਸਤਖਤ ਹੋਏ ਆ ਇਸ ਆਰਡੀਨੈਂਸ ਨੂੰ ਪਾਸ ਕਰਨ। ਸਾਡੀ ਡਿਮਾਂਡ ਪਹਿਲਾਂ ਤਾਂ ਇਹ ਹੈਗੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਕੇਂਦਰ ਨੂੰ ਇਹ ਪ੍ਰਸਤਾਵ ਭੇਜੇ। ਦੋਸਤੋ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਪਿਆ, ਉਹਦੇ ਵਾਸਤੇ ਮੈਂ ਖਿਮਾ ਮੰਗਦਾ ਤੁਹਾਡੇ ਤੋਂ। ਲੋਕ ਇਨਸਾਫ ਪਾਰਟੀ ਇੱਕ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਉਹ ਅੰਦੋਲਨ ਜਿਹੜਾ ਕਿਸਾਨੀ ਨੂੰ ਲੈ ਕੇ ਆ, ਜਿਹੜੇ ਆਰਡੀਨੈਂਸ ਕੇਂਦਰ ਸਰਕਾਰ ਨੇ ਬੜੀ ਕਾਹਲੀ ਦੇ ਵਿੱਚ ਇਸ ਤਰੀਕੇ ਦੇ ਨਾਲ, ਜਿਵੇਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੁੰਦੀ ਹੈ, ਇਸ ਤਰੀਕੇ ਦੇ ਨਾਲ ਉਹ ਆਰਡੀਨੈਂਸ ਖੇਤੀ ਸੁਧਾਰਾਂ ਦੇ ਨਾਮ ਦੇ ਉੱਤੇ ਪਾਸ ਕੀਤੇ, ਉਹਦੇ ਵਰਖਲਾਫ। ਮੈਂ ਪਹਿਲਾਂ ਤੁਹਾਨੂੰ ਅੰਦੋਲਨ ਦੀ ਸੰਖੇਪ ਦੇ ਵਿੱਚ ਜਾਣਕਾਰੀ ਦੇ ਦਿਆਂ ਕਿ ਇਹ ਅੰਦੋਲਨ ਕਿਸ ਤਰੀਕੇ ਦਾ ਹੋਏਗਾ, ਕਿਉਂਕਿ ਦੇਸ਼ ਦੇ ਅੰਦਰ ਲਾਕਡਾਊਨ, ਸੋਸ਼ਲ ਡਿਸਟੈਂਸਿੰਗ, ਲਾਕਡਾਊਨ ਐਂਡ ਸੋਸ਼ਲ ਡਿਸਟੈਂਸਿੰਗ ਜਿਹੜੇ ਨਿਯਮ ਹੈਗੇ ਆ ਉਹਨਾਂ ਨੂੰ ਫੋਲੋ ਕਰਦੇ ਹੋਏ, ਤਾਂ ਕਿ ਕੋਈ ਬੰਦਾ ਕਿਤੇ ਕੋਈ ਨੁਕਤਾਚੀਨੀ ਜਾਂ ਕੋਈ ਪੋਲੀਟੀਕਲੀ ਇੱਧਰ ਉੱਧਰ ਦੀ ਗੱਲ ਕਰਨ ਤੋਂ ਗੁਰੇਜ਼ ਕਰੇ। ਸੋ ਅਸੀਂ ਇਹ ਜਿਹੜਾ ਰੋਸ ਮਾਰਚ ਹੈਗਾ, ਰੋਸ ਯਾਤਰਾ ਹੈਗੀ, ਇਹ 5 ਦਿਨ ਦੀ ਹੋਏਗੀ। 22 ਜੂਨ ਦਿਨ ਸੋਮਵਾਰ ਸਟਾਰਟਿੰਗ ਕਰਾਂਗੇ ਦਰਬਾਰ ਸਾਹਿਬ ਮੱਥਾ ਟੇਕਣ, ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਕਰਕੇ, ਤੇ ਜਲਿਆਂਵਾਲਾ ਬਾਗ ਦੀ ਮਿੱਟੀ ਨੂੰ ਨਤਮਸਤਕ ਹੋ ਕੇ ਸਾਈਕਲ ਯਾਤਰਾ ਸ਼ੁਰੂ ਹੋਏਗੀ। 50 ਸਾਈਕਲ ਔਨ ਰੋਡ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਪਹਿਲੀ ਰਾਤ ਬਿਆਸ ਵਿਖੇ ਗੁਜ਼ਾਰਨਗੇ। ਰਾਤ ਦਾ ਸਟੇ ਕੋਈ ਵੀ ਸਾਡੇ ਵਿੱਚੋਂ ਬੰਦਾ ਘਰ ਨਹੀਂ ਜਾਊਗਾ, ਕਿਉਂਕਿ ਅਸੀਂ ਰੋਸ ਪ੍ਰਦਰਸ਼ਨ ਕਰਨ ਵਾਸਤੇ, ਮੈਂ ਅੱਗੇ ਡਿਟੇਲ 'ਚ ਦੱਸਦਾ ਕਿ ਇਸ ਆਰਡੀਨੈਂਸ ਦੁਆਰਾ ਬਣਨ ਜਾ ਰਹੇ ਕਾਨੂੰਨ ਦੇ ਨਾਲ ਪੰਜਾਬ ਤਬਾਹ ਕਿਵੇਂ ਹੋਏਗਾ, ਉਹਦੇ ਤੇ ਆਉਣਾ। ਤੇ ਦੂਸਰੀ ਰਾਤ ਜਿਹੜੀ ਆ ਬਿਆਸ ਤੋਂ ਚੱਲ ਕੇ ਵੱਖ-ਵੱਖ ਪਿੰਡਾਂ ਕਸਬਿਆਂ 'ਚੋਂ ਹੁੰਦੇ ਹੋਏ ਦੂਜੀ ਰਾਤ ਜਲੰਧਰ, ਤੇ ਜਲੰਧਰ ਤੋਂ ਚੱਲ ਕੇ ਤੀਸਰੀ ਰਾਤ ਜਿਹੜੀ ਹੈਗੀ ਆ ਉਹ ਸ਼ਹੀਦ ਆਜਮ ਭਗਤ ਸਿੰਘ ਹੋਰਾਂ ਦੇ ਪਿੰਡ ਖਟਕੜ ਕਲਾਂ, ਤੇ ਚੌਥੀ ਰਾਤ ਟਿੱਬੀ ਸਾਹਿਬ ਰੋਪੜ, ਤੇ ਉੱਥੋਂ ਫਿਰ ਪੰਜਵਾਂ ਦਿਨ ਜਿਹੜਾ ਪੰਜਵੇਂ ਦਿਨ 4 ਰਾਤਾਂ 5 ਦਿਨ ਪੰਜਵੇਂ ਦਿਨ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਨੂੰ ਇੱਕ ਮੈਮੋਰੈਂਡਮ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ ਨੇ ਮੰਗ ਕੀਤੀ ਆ ਮੈਮੋਰੈਂਡਮ ਦੇ ਵਿੱਚ ਸਾਡਾ ਦੇਸ਼ ਫੈਡਰਲ ਸਿਸਟਮ ਦੇ ਵਿੱਚ ਹੈਗਾ, ਸੰਘੀ ਢਾਂਚਾ ਦੇਸ਼ ਹੈ। ਇਸ ਸੰਘੀ ਢਾਂਚਾ ਦੇਸ਼ ਦਾ ਸੰਵਿਧਾਨ ਤਿਆਰ ਕਰਨ ਵੇਲੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੇ ਰਾਜਾਂ ਦੀਆਂ ਤੇ ਕੇਂਦਰ ਦੀਆਂ ਸ਼ਕਤੀਆਂ ਦੀ ਵੰਡ ਕੀਤੀ। 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਲੋਕ ਇਨਸਾਫ ਪਾਰਟੀ ਹਮੇਸ਼ਾ, ਕਿਉਂਕਿ ਅਕਾਲੀ ਦਲ ਵਾਲੇ ਤਾਂ ਛੱਡ ਗਏ ਅਧਿਕਾਰਾਂ ਦੇ, ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ, ਤਲਾਂਜਲੀ ਦੇ ਕੇ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ।
ਲੋਕ ਇਨਸਾਫ ਪਾਰਟੀ ਨੇ ਰਾਜਾਂ ਦੇ ਵੱਧ ਅਧਿਕਾਰਾਂ ਦੀ ਹਮੇਸ਼ਾ ਗੱਲ ਕਰਦੇ ਹੋਏ ਤਸ਼ੱਦਦ ਵੀ ਸਹਿਆ। ਪਾਣੀ ਦੀ ਕੀਮਤ ਵਸੂਲੀ ਵਾਸਤੇ ਵਿਧਾਨ ਸਭਾ ਦੇ ਅੰਦਰ ਚਾਹੇ ਕੁੱਟ ਖਾਣੀ ਪਈ, ਜਲੀਲ ਹੋਣਾ ਪਿਆ, ਪਰ ਉਹ ਬਿੱਲ ਪਾਸ ਕਰਾਇਆ ਕਿਉਂਕਿ ਉਹ 7ਵੇਂ ਸ਼ਡਿਊਲ ਦੀ 17ਵੀਂ ਐਂਟਰੀ ਦੇ ਵਿੱਚ ਦਰਜ ਹੈਗਾ। ਪਾਣੀ, ਜਲ ਭੰਡਾਰਨ, ਸਟੋਰੇਜ, ਡੈਮ, ਬਿਜਲੀ ਉਤਪਾਦਨ, ਇਹ ਸਟੇਟ ਸਬਜੈਕਟ ਹੈਗੇ ਆ। ਹੁਣ ਜਿਹੜੇ ਨਵੇਂ 3 ਆਰਡੀਨੈਂਸ ਮੋਦੀ ਗਵਰਨਮੈਂਟ ਲੈ ਕੇ ਆਈ ਆ, ਜਿਹਦੇ ਵਿੱਚ ਕਿਸਾਨੀ ਵਪਾਰ ਅਤੇ ਵਣਜ ਐਂਡ ਦੂਸਰਾ ਹੈਗਾ ਕੀਮਤ ਗਰੰਟੀ ਅਤੇ ਖੇਤੀ ਸੇਵਾਵਾਂ ਸੰਬੰਧੀ ਕਿਸਾਨ ਸਸ਼ਕਤੀਕਰਨ ਅਤੇ ਸੁਰੱਖਿਆ, ਤੇ ਤੀਸਰਾ ਹੈਗਾ ਜ਼ਰੂਰੀ ਵਸਤਾਂ ਸੋਧ ਆਰਡੀਨੈਂਸ। ਇਹ ਤਿੰਨੋਂ ਜਿਹੜੇ ਸਬਜੈਕਟ ਆ ਨਾ, ਇਹ ਦੋਸਤੋ ਤਿੰਨੋਂ ਸਬਜੈਕਟ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ, ਜੇ ਤੁਹਾਨੂੰ ਕਨਸਟੀਟਿਊਸ਼ਨ ਕਿਤਾਬ ਇਸ ਜਿਹੜੀਆਂ ਰਾਜਾਂ ਤੇ ਕੇਂਦਰ ਦੀਆਂ ਸ਼ਕਤੀਆਂ ਦੀ, ਉਹ ਮੈਂ ਤੁਹਾਨੂੰ ਸੈਂਡ ਕਰ ਸਕਦਾ। 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਦੇ ਵਿੱਚ ਦਰਜ ਹੈਗਾ ਕਿ ਇਹ ਸਾਰੇ ਕੰਮ ਜਿਹੜੇ ਕੇਂਦਰ ਨੇ ਆਰਡੀਨੈਂਸ ਪਾਸ ਕਰਕੇ ਕਾਨੂੰਨ ਬਣਾ ਕੇ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਵਾਸਤੇ ਘੜੇ ਆ, ਇਹ ਸਟੇਟ ਸਬਜੈਕਟ ਹੈਗਾ, ਮਤਲਬ ਕਿ ਰਾਜਾਂ ਦਾ ਅਧਿਕਾਰ ਆ। ਹੁਣ ਸਾਡੀ ਡਿਮਾਂਡ ਕੀ ਹੈ, ਮੈਂ ਇਹਦੇ ਜਿਹੜੇ ਨੁਕਸਾਨ ਕੀ ਹੋਣੇ ਆ ਮੈਂ ਉਹਦੇ ਤੇ ਬਾਅਦ ਚ ਆਉਣਾ। ਸਾਡੀ ਡਿਮਾਂਡ ਕੀ ਆ, ਸਾਡੀ ਰੋਸ ਯਾਤਰਾ ਦਾ ਮੁੱਖ ਉਦੇਸ਼ ਮੰਤਵ ਕੀ ਆ ਕਿ ਅਸੀਂ 5 ਦਿਨ 4 ਰਾਤਾਂ ਭਰ ਗਰਮੀ ਦੇ ਵਿੱਚ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖਤ ਸਾਹਿਬ ਬੇਨਤੀ ਕਰਕੇ ਜਲਿਆਂਵਾਲੇ ਬਾਗ ਨਤਮਸਤਕ ਹੋ ਕੇ 5ਵੇਂ ਦਿਨ ਮੁੱਖ ਮੰਤਰੀ ਜੀ ਦੇ ਅਸੀਂ ਮੈਮੋਰੰਡਮ ਦੇਣ ਵਾਸਤੇ ਉਹਨਾਂ ਦੇ ਘਰ ਜਾਣਾ। ਉਹਦਾ ਮਕਸਦ ਹੈਗਾ ਕਿ ਤੁਹਾਡੇ ਕੋਲੇ ਪੰਜਾਬ ਦੇ ਅੰਦਰ ਜਿੰਨੀਆਂ ਰਾਜਨੀਤਿਕ ਪਾਰਟੀਆਂ ਨੇ ਬੀਜੇਪੀ ਨੂੰ ਛੱਡ ਕੇ, ਜਿਨ੍ਹਾਂ ਦੀ ਹਾਜ਼ਰੀ ਪੰਜਾਬ ਵਿਧਾਨ ਸਭਾ ਦੇ ਅੰਦਰ ਹੈਗੀ ਆ, ਉਹ ਸਭ ਤੋਂ ਪਹਿਲਾਂ ਰੂਲਿੰਗ ਆ ਗਈ ਕਾਂਗਰਸ। ਮੁੱਖ ਮੰਤਰੀ ਸਾਹਿਬ ਸਾਰੇ ਕਾਂਗਰਸ ਦੇ ਲੀਡਰ ਇਸ ਬਿੱਲ ਦੇ ਖਿਲਾਫ ਬੋਲ ਰਹੇ ਆ। ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ, ਉਹਦੇ ਸਾਰੇ ਲੀਡਰ ਇਸ ਬਿੱਲ ਦੇ ਵਿਰੋਧ ਦੇ ਵਿੱਚ ਸਟੇਟਮੈਂਟਸ ਦੇ ਰਹੇ ਆ। ਲੋਕ ਇਨਸਾਫ ਪਾਰਟੀ, ਅਸੀਂ ਅੰਦੋਲਨ ਦੀ ਸ਼ੁਰੂਆਤ ਕਰਨ ਲੱਗੇ ਆ। ਸਿਰਫ ਬੀਜੇਪੀ ਦੇ 2 ਐਮਐਲਏ ਨੂੰ ਛੱਡ ਕੇ ਸਮੁੱਚੀ 115 ਐਮਐਲਏਜ਼ ਵਿਧਾਨ ਸਭਾ ਦੇ ਅੰਦਰ ਇੱਕ ਸੁਰ ਤੇ ਇੱਕ ਮਤ ਹੈਗੇ ਆ। ਤੇ ਫਿਰ ਅਸੀਂ ਡਿਮਾਂਡ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਰਨ ਵਾਸਤੇ ਚੱਲੇ ਆ ਕਿ ਕੈਪਟਨ ਸਾਹਿਬ ਹੰਗਾਮੀ ਸੈਸ਼ਨ ਕਾਲ ਕਰੋ, ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਾਲ ਕਰਕੇ ਇਹ ਜਿਹੜਾ ਕਾਲਾ ਕਾਨੂੰਨ ਪੰਜਾਬ ਦੀ ਕਿਸਾਨੀ ਤੇ ਪੰਜਾਬ ਨੂੰ ਤਬਾਹ ਕਰਨ ਵਾਸਤੇ ਆਰਡੀਨੈਂਸਾਂ ਦੇ ਰੂਪ ਦੇ ਵਿੱਚ ਕੇਂਦਰ ਦੁਆਰਾ ਕਾਨੂੰਨ ਦੇ ਰੂਪ 'ਚ ਲਿਆਉਣ ਦਾ ਜਿਹੜਾ ਉਪਰਾਲਾ, ਇਹਨੂੰ ਸਰਬਸੰਮਤੀ ਨਾਲ ਰੱਦ ਕਰਕੇ 115 ਐਮਐਲਏ ਨੂੰ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਣ। ਕਿਉਂਕਿ ਪੰਜਾਬ ਨੇ ਹਮੇਸ਼ਾ ਲੀਡ ਕੀਤੀ ਹੈ, ਰਾਜਾਂ ਦੇ ਅਧਿਕਾਰਾਂ ਦੀ ਗੱਲ ਹਮੇਸ਼ਾ ਪੰਜਾਬ ਨੇ ਕੀਤੀ ਹੈ, ਪੰਜਾਬੀਆਂ ਨੇ ਕੀਤੀ ਹੈ। ਚਾਹੇ ਉਹ ਵੇਲਾ ਪਹਿਲਾਂ ਦਾ ਦੇਖ ਲਓ ਤੁਸੀਂ, ਅਕਾਲੀ ਦਲ ਇਤਿਹਾਸ ਕੱਢ ਕੇ ਦੇਖ ਲਓ, ਅਕਾਲੀ ਦਲ ਹਮੇਸ਼ਾ ਰਾਜਾਂ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ। ਛੋਟੀ ਜੀ ਪਾਰਟੀ ਉਹ ਪੂਰੇ ਦੇਸ਼ ਦੇ ਅੰਦਰ ਲੀਡ ਕਰਦੀ ਸੀ, ਦੂਸਰੇ ਰਾਜਾਂ ਦੀਆਂ ਪਾਰਟੀਆਂ ਅਕਾਲੀ ਦਲ ਦੇ ਪਿੱਛੇ ਤੁਰਦੀਆਂ ਸਨ। ਅੱਜ ਚੁੱਪ ਤੇ ਖਾਮੋਸ਼ ਹੈ ਗਿਆ। ਰਾਜਨੀਤਿਕ ਤੌਰ ਤੇ ਮੈਂ ਇਹ ਕਹਾਂ ਕਿ ਜੇ ਕੇਂਦਰ ਦੀ ਵਜ਼ਾਰਤ ਨੇ ਆਰਡੀਨੈਂਸ ਪਾਸ ਕੀਤਾ ਤੇ ਅਕਾਲੀ ਦਲ ਦੀ ਸਤਿਕਾਰਯੋਗ ਮੰਤਰੀ ਉਸ ਵਜ਼ਾਰਤ ਦੇ ਵਿੱਚ ਆਰਡੀਨੈਂਸ ਪਾਸ ਕਰਨ ਵੇਲੇ ਸ਼ਾਮਲ ਹੈਗੀ, ਉਹਦਾ ਉਥੇ ਦਸਤਖਤ ਹੋਏ ਆ ਇਸ ਆਰਡੀਨੈਂਸ ਨੂੰ ਪਾਸ ਕਰਨ ਵੇਲੇ ਵਜ਼ਾਰਤ ਦੇ ਅੰਦਰ, ਤੇ ਬਾਹਰ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਬੜੇ ਵੱਡੇ ਪੰਜਾਬ ਦੇ ਅੰਦਰ ਬਿਆਨ ਦੇ ਰਹੇ। ਸੋ ਇਹ ਰਾਜਨੀਤੀ ਹੈਗੀ ਆ। ਸੋ ਸਾਡੀ ਡਿਮਾਂਡ ਪਹਿਲਾਂ ਤਾਂ ਇਹ ਹੈਗੀ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਕੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਕੇਂਦਰ ਨੂੰ ਇਹ ਪ੍ਰਸਤਾਵ ਭੇਜ ਦੇਣ, ਤਾਂ ਜੋ ਕੇਂਦਰ ਦੇ ਇਸ ਡਿਕਟੇਟਰਸ਼ਿਪ, ਇਸ ਐਮਰਜੈਂਸੀ ਜਿਵੇਂ ਦੇਸ਼ ਦੇ ਅੰਦਰ ਲੱਗੀ ਹੁੰਦੀ ਹੈ, ਇਸ ਫੈਸਲੇ ਦਾ ਬਾਕੀ ਸਟੇਟਾਂ ਦੀਆਂ ਅਸੈਂਬਲੀਆਂ ਵੀ ਵਿਰੋਧ ਤੇ ਉਤਰੇ ਆਉਣ। ਸੋ ਇਸ ਦੋਸਤੋ ਕਾਨੂੰਨ ਦੇ ਬਣਨ ਦੇ ਨਾਲ ਸਭ ਤੋਂ ਵੱਡਾ ਲਾਸ ਪੰਜਾਬ ਨੂੰ ਹੈਗਾ ਐਮਐਸਪੀ। ਮੈਂ ਗੱਲ ਸ਼ੁਰੂ ਕਰਦੇ ਹਾਂ ਐਮਐਸਪੀ। ਬਹੁਤ ਸਾਰੇ ਅਕਾਲੀ ਦਲ ਦੇ ਲੀਡਰਾਂ ਨੇ ਇਸ ਗੱਲ ਦਾ ਰੌਲਾ ਪਾਇਆ ਵੀ ਨਾ ਐਮਐਸਪੀ ਜਿਹੜੀ ਆ ਉਹ ਖੜੀ ਰਹੂਗੀ, ਐਮਐਸਪੀ ਟੁੱਟਣ ਨਹੀਂ ਲੱਗੀ। ਹੁਣ ਪੰਜਾਬ ਦੇ ਅੰਦਰ 3 ਫਸਲਾਂ ਦੇ ਉੱਤੇ ਐਮਐਸਪੀ ਸਹੀ ਮਾਨਿਆਂ ਦੇ ਵਿੱਚ ਲਾਗੂ ਹੁੰਦੀ ਹੈ। ਝੋਨਾ ਮਤਲਬ ਕਿ ਚਾਵਲ, ਕਣਕ ਤੇ ਨਰਮਾ। ਬਾਕੀ ਜਿਹੜੇ ਖੇਤੀ ਉਤਪਾਦਨ ਹੈਗੇ ਆ ਜਿਵੇਂ ਦਾਲਾਂ ਹੈਗੀਆਂ, ਐਮਐਸਪੀ ਉਹਨਾਂ ਦੇ ਉੱਤੇ ਵੀ ਹੈਗੀ ਆ, ਪਰ ਉਹ 3 ਫਸਲਾਂ ਨੂੰ ਛੱਡ ਕੇ ਚਾਵਲ, ਕਣਕ ਤੇ ਨਰਮਾ, ਇਹ 3 ਫਸਲਾਂ ਨੂੰ ਛੱਡ ਕੇ ਬਾਕੀ ਦੇ ਉੱਤੇ ਐਮਐਸਪੀ ਕਾਗਜ਼ਾਂ ਦੇ ਵਿੱਚ ਆ। ਉਹ ਸਿਰਫ ਸਰਕਾਰੀ ਹੁਕਮਾਂ ਦਾ ਸ਼ਿੰਗਾਰ ਬਣੀ ਹੋਈ ਹੈ। ਕਿਸਾਨ ਨੂੰ ਜਿਹੜੀ ਉਹਦੀ ਇਹਨਾਂ 3 ਫਸਲਾਂ ਤੋਂ ਇਲਾਵਾ ਫਸਲ ਆ, ਕੋਈ ਖਰੀਦ ਸਰਕਾਰੀ ਏਜੰਸੀ
ਐਮਐਸਪੀ ਦੇ ਰੇਟ ਦੇ ਉੱਤੇ ਮੰਡੀਆਂ 'ਚ ਖਰੀਦਣ ਨਹੀਂ ਜਾਂਦੀ। ਕਿਸਾਨ ਨੂੰ ਮਜਬੂਰੀ ਵਸ ਦੋਸਤੋ ਪ੍ਰਾਈਵੇਟ ਜਿਹੜੇ ਲੋਕ ਹੈਗੇ ਆ ਖੇਤੀ ਉਤਪਾਦਨ ਚੱਕਣ ਵਾਲੇ ਪ੍ਰਾਈਵੇਟ ਕੰਪਨੀਆਂ ਦੇ ਕੋਲੇ ਸਸਤੇ ਭਾਵਾਂ ਦੇ ਉੱਤੇ ਐਮਐਸਪੀ ਤੋਂ ਅੱਧੇ ਜਾਂ ਪੌਣੇ ਰੇਟਾਂ ਦੇ ਉੱਤੇ ਇਹ ਤਿੰਨ ਫਸਲਾਂ ਨੂੰ ਛੱਡ ਕੇ ਬਾਕੀ ਦੀਆਂ ਜਿਣਸਾਂ ਜਿਨ੍ਹਾਂ ਦੇ ਵਿੱਚ ਬਹੁਤੀਆਂ ਦਾਲਾਂ ਨੇ ਉਹ ਦੇਣੀ ਪੈਂਦੀ। ਹੁਣ ਅਕਾਲੀ ਦਲ ਦਾ ਤਾਂ ਸੁਪੜਾ ਸਾਫ਼ ਕਰਤਾ ਨਿਤਨ ਗਡਕਰੀ ਜੀ ਉਹਨਾਂ ਦੇ ਬਿਆਨ ਨੇ, ਉਹਨਾਂ ਨੇ ਬਹੁਤ ਵੱਡੀ ਸਟੇਟਮੈਂਟ ਦਿੱਤੀ, ਕਹਿੰਦੇ ਨੋ ਐਮਐਸਪੀ, ਨੋ ਕੇਂਦਰ ਦੀ ਕੋਈ ਏਜੰਸੀ ਕੋਈ ਖਰੀਦਣ ਨਹੀਂ ਆਊਗੀ ਦਾਣਾ ਵੀ। ਇਹ ਨਿਤਨ ਗਡਕਰੀ ਜੀ ਦੀ ਸਟੇਟਮੈਂਟ ਆ। ਇੱਕ ਪਾਸੇ ਅਕਾਲੀ ਕਹਿੰਦੇ ਸੀ ਕਿ ਐਮਐਸਪੀ ਨਹੀਂ, ਐਮਐਸਪੀ ਚਾਹੇ ਰਹਿ ਵੀ ਜਾਵੇ, ਇਹ ਮੰਨ ਲਓ ਕਿ ਐਮਐਸਪੀ ਖੜੀ ਵੀ ਰਹਿ ਜਾਂਦੀ ਆ, ਕਿਤਾਬਾਂ ਦੇ ਵਿੱਚ ਸਰਕਾਰੀ ਹੁਕਮਾਂ ਦਾ ਸ਼ਿੰਗਾਰ ਬਣੀ ਵੀ ਰਹਿ ਜਾਂਦੀ ਹੈ, ਜੇ ਕੋਈ ਖਰੀਦ ਏਜੰਸੀ ਖਰੀਦਣੀ ਨਹੀਂ ਆਊਗੀ ਤੇ ਫਿਰ ਐਮਐਸਪੀ ਕਾਹਦੀ ਰਹਿ ਗਈ। ਔਰ ਇਸ ਤੋਂ ਇਲਾਵਾ ਤਕਰੀਬਨ ਪੰਜਾਬ ਨੂੰ ਇਸ ਕਾਨੂੰਨ ਦਾ ਜਿਹੜਾ ਸਭ ਤੋਂ ਵੱਡਾ ਲਾਸ ਹੋਣਾ ਨਾ, ਮੰਡੀ ਟੁੱਟ ਜਾਣੀ ਹੈ। ਜੇ ਤੁਸੀਂ ਇਹ ਆਰਡੀਨੈਂਸ ਪੜ੍ਹਿਆ ਹੋਵੇ ਤੇ ਉਹਦੇ ਵਿੱਚ ਜੁਰੀਡਿਕਸ਼ਨ ਜਿਹੜੀ ਮੰਡੀ ਦੀ ਆ ਉਹ ਸਿਰਫ ਬਾਉਂਡਰੀ ਰਹਿ ਗਈ। ਉਹਦੀ ਬਾਉਂਡਰੀ ਤੋਂ ਬਾਹਰ ਖੜ ਕੇ ਬਾਉਂਡਰੀ ਦੇ ਮੰਡੀ ਦੇ ਗੇਟ ਦੇ ਉੱਤੇ ਕੋਈ ਬੰਦਾ ਜਿਹੜੇ ਮਰਜ਼ੀ ਭਾਅ ਫਸਲ ਖਰੀਦ ਲਵੇ, ਆੜਤੀਆ ਖਤਮ। ਜਿਹੜੇ ਵਪਾਰੀ ਲੋਕ ਆ ਉਹ ਕਾਰਪੋਰੇਟ ਵੱਡੇ ਵਪਾਰੀ, ਐਂਡ ਪੰਜਾਬ ਨੂੰ ਲਾਸ ਕਿੰਨਾ ਹੋਣਾ ਇਹਦੇ ਵਿੱਚ? ਤਕਰੀਬਨ ਦੋਸਤੋ 4000 ਕਰੋੜ ਰੁਪਏ ਦਾ ਸਾਲਾਨਾ, ਜਿਹਦੇ ਵਿੱਚ 3% ਮਾਰਕੀਟ ਫੀਸ, 3% ਆਰਡੀਐਫ ਰੂਰਲ ਡਿਵੈਲਪਮੈਂਟ ਫੰਡ ਤੇ 2% ਆੜਤ, ਤਕਰੀਬਨ 4000 ਕਰੋੜ ਰੁਪਏ ਦਾ ਲਾਸ ਹੈ। ਹੁਣ ਇੱਕ ਗੱਲ ਸੋਚੋ, ਕਿਸਾਨ ਦੀ ਸਭ ਤੋਂ ਵੱਡੀ ਨੇੜੇ ਦੀ ਲੋਕਲ ਬੈਂਕ ਕਿਹੜੀ ਹੈ? ਕਿਸਾਨ ਨੂੰ ਕੋਈ ਬਿਮਾਰੀ, ਪਰਿਵਾਰ ਦੇ ਵਿੱਚ ਕੋਈ ਮੈਂਬਰ ਬਿਮਾਰ ਹੋ ਗਿਆ, ਕੋਈ ਵਿਆਹ ਸ਼ਾਦੀ ਆ, ਕੋਈ ਲੀੜਾ ਕੱਪੜਾ ਲੈਣਾ, ਕੋਈ ਸਮਾਨ ਲੈਣਾ, ਉਹ ਝੱਟ ਆੜਤੀਏ ਕੋਲੇ ਜਾਂਦਾ, ਆੜਤੀਏ ਕੋਲੋਂ ਪੈਸੇ ਲੈਂਦਾ ਤੇ ਆਪਣੀ ਗਰਜ ਪੂਰੀ ਕਰ ਲੈਂਦਾ। ਲੋਕਲ ਬੈਠਾ ਆੜਤੀਆ ਉਹਦੀ ਬੈਂਕ ਹੈਗੀ ਆ। ਤੇ ਜੇ ਸਰਕਾਰ ਇਹ ਦਮਗਜੇ ਭਰਦੀ ਹੈ ਕਿ ਅਸੀਂ ਗੱਲ ਹੀ ਕੋਈ ਨਹੀਂ ਗੀ, ਅਸੀਂ ਤਾਂ ਪੈਸੇ ਦਵਾ ਦਿਆਂਗੇ ਪ੍ਰਾਈਵੇਟ ਵਪਾਰੀਆਂ ਦੇ ਕੋਲੋਂ, ਗੰਨਾ ਉਤਪਾਦਕ ਕਿਸਾਨਾਂ ਦਾ ਹਾਲ ਕੀ ਹੈ? ਇਹ ਤਾਂ ਮੈਂ ਅਡਾਨੀ ਵਰਗਿਆਂ ਦੇ ਮੁਕਾਬਲੇ ਦੇ ਵਿੱਚ, ਮੈਂ ਅਡਾਨੀ ਦਾ ਨਾਮ ਸਪੈਸ਼ਲੀ ਇਸ ਕਰਕੇ ਲੈ ਰਿਹਾ, ਮੋਗੇ ਤੋਂ ਫਿਰੋਜ਼ਪੁਰ ਜਾਂਦੇ ਆਪਾਂ, ਡਗਰੂ ਪਿੰਡ ਆਉਂਦਾ, ਡਗਰੂ, ਉੱਥੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਹੋ ਚੁੱਕਿਆ 2500 ਏਕੜ ਜ਼ਮੀਨ ਦੇ ਅੰਦਰ। ਇਹ ਮਤਲਬ ਜਿਹੜਾ ਆਰਡੀਨੈਂਸ ਆ, ਤੁਸੀਂ ਇਹਦਾ ਪਿਛੋਕੜ ਦੇਖੋ। ਹੁਣ 2500 ਏਕੜ ਜ਼ਮੀਨ ਖਰੀਦਣ ਨੂੰ, ਉੱਥੇ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਕਰਨ ਨੂੰ ਆਫਟਰ ਆਲ ਬੜਾ ਲੰਬਾ ਸਮਾਂ ਲੱਗਿਆ। ਉਹ ਹੁਣ 2500 ਏਕੜ ਦੇ ਵਿੱਚ ਮਕੈਨੀਕਲ ਖਰੀਦ ਕੇਂਦਰ ਸਥਾਪਿਤ ਹੋ ਗਿਆ ਅਡਾਨੀ ਗਰੁੱਪ ਦਾ। ਪੰਜਾਬ ਗਵਰਨਮੈਂਟ ਜਿਹੜੀ ਛੋਟੀਆਂ ਮੱਛੀਆਂ ਕਹੂੰਗਾ ਮੈਂ, ਗੰਨੇ ਦੀ ਕੀਮਤ, ਪ੍ਰਾਈਵੇਟ ਮਿਲ ਮਾਲਕ, ਉਹਨਾਂ ਤੋਂ ਤਾਂ ਕਿਸਾਨਾਂ ਦਾ ਪੈਸਾ ਨਹੀਂ ਦਵਾ ਸਕਦੀ। 2-2, 3-3 ਸਾਲ ਤੋਂ ਕਿਸਾਨਾਂ ਦੀ ਪੇਮੈਂਟ ਬਕਾਇਆ ਪਈ ਆ। ਤੇ ਇਹਨਾਂ ਵੱਡੇ ਅਡਾਨੀ ਵਰਗੇ ਦਿਓਕਦ ਕਾਰਪੋਰੇਟ ਸੈਕਟਰ ਤੋਂ ਕਿਵੇਂ ਕਿਸਾਨ ਨੂੰ ਪੈਸੇ ਦਵਾ ਦੋਗੇ? ਕਦੇ ਨਹੀਂ ਹੋ ਸਕਦਾ। ਸਟੇਟ ਗਵਰਨਮੈਂਟ ਚਾਹ ਕੇ ਵੀ ਕਿਸਾਨ ਦੀ ਮਦਦ ਨਹੀਂ ਕਰ ਸਕੇਗੀ। ਉਸ ਤੋਂ ਅੱਗੇ ਆ ਜਾਓ ਤੁਸੀਂ, ਮੰਡੀਆਂ ਦੇ ਅੰਦਰ ਬੇਰੁਜ਼ਗਾਰੀ ਦਾ ਆਲਮ, ਆੜਤੀਏ ਵਿਹਲੇ ਹੋ ਗਏ, ਆੜਤੀਆਂ ਦੇ ਮੁਲਾਜ਼ਮ ਵਿਹਲੇ ਹੋ ਗਏ, ਤੋਲੇ ਵਿਹਲੇ ਹੋ ਗਏ, ਪੱਲੇਦਾਰ ਵਿਹਲੇ ਹੋ ਗਏ, ਛੋਟੇ ਟਰਾਂਸਪੋਰਟਰ ਉੱਡ ਗਏ। ਇਹ ਸਾਰਾ ਕੁਝ ਖਤਮ ਹੋ ਜਾਣਾ। ਉਦੋਂ ਅੱਗੇ ਕੀ ਹੋਣਾ? ਸਰਕਾਰ ਜਿਹੜੀ ਹੈ ਨਾ, ਇਹਨੇ ਕਾਰਪੋਰੇਟ ਦਾ ਕਬਜ਼ਾ, ਕਾਰਪੋਰੇਟ ਅਡਾਨੀ ਵਰਗੇ ਵੱਡੇ ਲੋਕਾਂ ਨੇ ਹੋ ਸਕਦਾ 1 ਜਾਂ 2 ਸਾਲ ਪਹਿਲੇ 1 ਜਾਂ 2 ਸਾਲ ਮਹਿੰਗੀ ਵੀ ਉਪਜ ਖਰੀਦ ਸਕਦੇ ਆ। ਕਿਸਾਨ ਦੀ ਉਪਜ ਐਮਐਸਪੀ ਤੋਂ ਵੀ ਮਹਿੰਗੀ ਖਰੀਦ ਸਕਦੇ ਆ, ਕੋਈ 50-100 ਰੁਪਈਆ ਪ੍ਰਤੀ ਕੁਇੰਟਲ ਮਹਿੰਗੀ ਲੈ ਸਕਦੇ ਆ। 2 ਸਾਲ ਬਾਅਦ ਜਦੋਂ ਇਸ ਉਪਜ ਦੇ ਉੱਤੇ, ਉਪਜ ਦੇ ਉੱਤੇ, ਖੇਤੀ ਉਪਜ ਖਰੀਦ ਦੇ ਉੱਤੇ ਟੋਟਲ ਕਬਜ਼ਾ ਹੋ ਗਿਆ ਤੇ ਫਿਰ ਇਹ ਸਾਰੇ ਜਿਹੜੇ ਛੋਟੇ ਮੋਟੇ ਵਪਾਰੀ ਬਾਹਰ ਹੋ ਗਏ। ਤੇ ਫਿਰ ਦੋਸਤੋ ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਮਾੜੀ ਕਿਸਮਤ ਦਾ ਦੌਰ ਸ਼ੁਰੂ ਹੋਣਾ, ਪੰਜਾਬ ਤੇ ਪੰਜਾਬ ਦੇ ਕਿਸਾਨ ਦੀ ਮਾੜੀ ਕਿਸਮਤ ਦਾ ਦੌਰ ਸ਼ੁਰੂ ਹੋਣਾ। ਫਿਰ ਇਹ ਕਿਸਾਨ ਤੋਂ ਅੱਧੇ ਜਾਂ ਪੌਣੇ ਭਾਵਾਂ ਦੇ ਉੱਤੇ ਉਹਦੀ ਉਪਜ ਖਰੀਦਣਗੇ, ਉਹ ਖਪਤਕਾਰਾਂ ਨੂੰ ਦੇਣਗੇ ਮਨਮਰਜ਼ੀ ਦੇ ਰੇਟਾਂ ਦੇ ਉੱਤੇ। ਤੁਸੀਂ ਤੇ ਮੈਂ ਵੀ ਸ਼ਾਮਲ ਆ। ਇਹ ਮਤ ਸੋਚੋ ਵੀ ਇਕੱਲਾ ਕਿਸਾਨ ਹੀ ਆ, ਇਹ ਤੁਹਾਨੂੰ ਤੇ ਮੈਨੂੰ ਫਿਰ ਇਹਨਾਂ ਦੇ ਦਾਰੋਮਦਾਰ ਦੇ ਉੱਤੇ ਨਿਰਭਰ ਰਹਿਣਾ ਪੈਣਾ। ਇਹ ਉਪਜ ਖਰੀਦ ਲਈ ਅੱਧੇ ਪੌਣੇ ਭਾਅ ਤੁਹਾਨੂੰ, ਮੈਨੂੰ, ਆਮ ਪਬਲਿਕ ਨੂੰ, ਖਪਤਕਾਰਾਂ ਨੂੰ ਉਹ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਦੇਣਗੇ। ਔਰ ਕਿਸਾਨ ਨੂੰ
ਇਸ ਤੋਂ ਬਾਅਦ ਦੇ ਵਿੱਚ 2-2 3-3 ਸਾਲ ਪੇਮੈਂਟਾਂ ਜਿਹੜੀਆਂ ਮੈਂ ਕਹਿ ਕੇ ਹਟਾ ਨਾ ਵੀ ਜੇ ਸਰਕਾਰ ਐਡੀ ਕਾਰਗਰ ਤਾਕਤਵਰ ਆ ਗੰਨਾ ਮਿਲ ਮਾਲਕਾਂ ਤੋਂ ਪੇਮੈਂਟ ਕਰਾ ਕੇ ਦਿਖਾ ਦੇਵੇ, ਇਹਨਾਂ ਦੇ ਕੋਲੋਂ ਪੇਮੈਂਟ ਕਰਾਉਣੀ ਟੇਢੀ ਖੀਰ ਹੈਗੀ ਆ, ਹੋ ਹੀ ਨਹੀਂ ਸਕਦਾ। ਜੇ ਕਿਸਾਨ ਨੂੰ ਦੋਸਤੋ 2-3 ਸਾਲ ਪੇਮੈਂਟ ਨਾ ਮਿਲੀ, ਪੰਜਾਬ ਦਾ ਉਹ ਕਿਸਾਨ ਜਿਹੜਾ ਆਲਰੇਡੀ ਬੈਂਕਾਂ ਤੋਂ ਕਰਜ਼ਈ ਹੈਗਾ, ਉਹਨੇ ਆਪਣੀਆਂ ਜ਼ਮੀਨਾਂ ਬੈਂਕਾਂ ਕੋਲੇ ਗਿਰਵੀ ਰੱਖ ਕੇ ਕਰਜ਼ੇ ਚੱਕੇ ਹੋਏ ਆ, 2-3 ਸਾਲ ਦਾ ਮਤਲਬ ਆ ਕਿ ਉਹਨਾਂ ਜ਼ਮੀਨਾਂ ਦੀ ਕੁਰਕੀ ਜਦੋਂ ਉਪਜਦੀ ਉਹਨੂੰ ਕੀਮਤ ਨਹੀਂ ਮਿਲਣੀ ਤੇ ਫਿਰ ਜ਼ਮੀਨਾਂ ਦੀ ਕੁਰਕੀ ਤੇ ਫਿਰ ਨੈਕਸਸ ਸੰਗਠਨ ਕਾਰਪੋਰੇਟ ਬੈਂਕ ਦਾ ਸੰਗਠਨ ਆ, ਫਿਰ ਜ਼ਮੀਨ ਕੁਰਕੀਆਂ ਦੇ ਜ਼ਰੀਏ ਸਸਤੀ ਖਰੀਦਣਗੇ। ਮਨਸ਼ਾ ਕੀ ਹੈ? ਪੰਜਾਬੀ ਦਾ ਇੱਕ ਬੜਾ ਪ੍ਰਸਿੱਧ ਨਾਵਲ ਆਇਆ ਸੀ ਤੂਤਾਂ ਵਾਲਾ ਖੂਹ, ਮੇਰੇ ਹਮ ਉਮਰ ਦੋਸਤਾਂ ਨੇ, ਮੇਰਾ ਖਿਆਲ ਉਹ ਸਾਰਿਆਂ ਨੇ ਤੂਤਾਂ ਵਾਲਾ ਖੂਹ ਪੜ੍ਹਿਆ ਨਾਵਲ। ਉਹਦੇ ਵਿੱਚ ਕਿਸਾਨ ਦੀ ਜ਼ਮੀਨ ਹੜਪਣ ਵਾਸਤੇ ਸ਼ਾਹੂਕਾਰ ਕੀ ਕਰਦਾ। ਅੱਜ ਸਾਡੀ ਪੰਜਾਬ ਦੇ ਕਿਸਾਨ ਦੀ ਕਿਸਮਤ ਦੇ ਨਾਲ ਉਹ ਨਾਵਲ ਤੂਤਾਂ ਵਾਲਾ ਖੂਹ, ਅਸਲ ਦੇ ਵਿੱਚ ਪੰਜਾਬ ਦੀ ਜਿਹੜੀ ਭੂਮੀ ਆ ਦੋਸਤੋ ਉਹ ਇੰਨੀ ਉਪਜਾਊ ਆ ਕਿ ਦੁਨੀਆ ਦੇ ਅੰਦਰ ਬਿਹਤਰੀਨ ਉਪਜਾਊ ਭੂਮੀਆਂ ਦੇ ਵਿੱਚ ਨੰਬਰ 1 ਦੇ ਉੱਤੇ, ਜਿੱਥੇ ਦੁਨੀਆ ਦਾ ਸਭ ਤੋਂ ਚੰਗਾ ਬਾਸਮਤੀ ਵਾਤਾਵਰਣ ਤੇ ਸੋਇਲ ਉਹ ਸਾਡਾ ਪੰਜਾਬ ਹੈ। ਅੱਖ ਹੈਗੀ ਆ ਸਾਡੀ ਭੂਮੀ ਦੇ ਉੱਤੇ ਵੀ ਅਸੀਂ ਇਹ ਭੂਮੀ ਅਧਗ੍ਰਹਿਣ ਕਿਵੇਂ ਕਰਨੀ ਆ, ਸਸਤੇ ਭਾਅ ਕੌਡੀਆਂ ਦੇ ਭਾਅ ਤੇ ਖਰੀਦਣੀ ਕਿਵੇਂ ਆ। ਇੱਕ ਗੱਲ ਯਾਦ ਰੱਖੋ ਕਿ ਜੇ ਲਿਕੁਇਡਿਟੀ ਕੈਸ਼ ਕਿਸਾਨ ਦੇ ਕੋਲੇ ਆ ਨਾ ਤੇ ਵਪਾਰ ਤਾਂ ਹੀ ਚੱਲਣਾ, ਚਾਹੇ ਉਹ ਸਾਈਕਲ ਬਣਦੇ ਆ, ਮੋਟਰਸਾਈਕਲ, ਕਾਰਾਂ, ਚਾਹੇ ਉਹ ਸੋਨਾ ਤੇ ਚਾਹੇ ਬਜਾਜੀ ਹੈ। ਤੇ ਜੇ ਕਿਸਾਨ ਦੇ ਕੋਲੇ ਪੈਸਾ ਨਹੀਂ ਤੇ ਵਪਾਰ ਡੁੱਬੇਗਾ। ਅੱਜ ਉਹ ਲੋਕ ਜਿਹੜੇ ਸੋਚਦੇ ਆ ਵੀ ਇਕੱਲਾ ਕਿਸਾਨੀ ਨਾਲ ਸੰਬੰਧਿਤ ਆ, ਉਹ ਗਲਤਫਹਿਮੀ ਦੇ ਵਿੱਚ ਆ। ਅਸਲ ਸਾਡਾ ਜਿਹੜਾ ਹੱਬ ਹੈਗਾ, ਅਸਲ ਧੁਰਾ ਪੰਜਾਬ ਦੀ ਆਰਥਿਕਤਾ ਦਾ ਉਹ ਕਿਸਾਨੀ ਹੈਗੀ, ਕਿਉਂਕਿ ਖੇਤੀ ਪ੍ਰਧਾਨ ਸੂਬਾ ਸਾਡਾ। ਸੋ ਜੇ ਇਹ ਗੱਲਾਂ ਜਿਹੜੀਆਂ ਇਸ ਆਰਡੀਨੈਂਸ ਦੇ ਵਿੱਚ ਨੇ, ਇਹ ਗੱਲਾਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਲਾਜ਼ਮੀ ਤੌਰ ਤੇ ਤਕਰੀਬਨ 10-12 ਸਾਲ ਦੇ ਅਰਸੇ ਦੇ ਵਿੱਚ ਦੋਸਤੋ ਪੰਜਾਬ ਦਾ ਕਿਸਾਨ ਇਹਨਾਂ ਕਾਰਪੋਰੇਟ ਅਦਾਰਿਆਂ ਨੇ ਜ਼ਮੀਨ ਰਹਿਤ ਕਰ ਦੇਣਾ। ਜ਼ਮੀਨ ਰਹਿਤ ਕਰਨ ਦਾ ਜਿਹੜਾ ਸ਼ਗੂਫਾ ਤੇ ਮਨਸੂਬਾ ਤਿਆਰ ਕੀਤਾ ਹੋਇਆ। ਸੋ ਜੇ ਜਾਖੜ ਸਾਹਿਬ ਜਿਹੜੇ ਹੁਣੇ ਪੱਤਰਕਾਰ ਦੋਸਤਾਂ ਨੇ ਦੱਸਿਆ ਕਿ ਪੀਸੀ ਕਰਕੇ ਹਟੇ ਆ, ਆ ਦਿੱਤਾ ਕਿ ਅਸੀਂ ਆਲ ਪਾਰਟੀ ਮੀਟਿੰਗ ਕਰਕੇ ਫਿਰ ਅਸੀਂ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਕੇਂਦਰ ਕੋਲੇ ਜਾਵਾਂਗੇ। ਜਿਹੜਾ ਭਾਈ ਆਪਣੇ ਕੋਲੇ ਹਥਿਆਰ ਉਹ ਕਿਉਂ ਨਹੀਂ ਚਲਾਉਂਦੇ ਤੁਸੀਂ? ਪਹਿਲਾਂ ਪੰਜਾਬ ਵਿਧਾਨ ਸਭਾ ਦਾ ਤੁਰੰਤ ਹੰਗਾਮੀ ਸੈਸ਼ਨ ਸੱਦ ਕੇ ਤੁਸੀਂ ਇਸ ਕਾਲੇ ਕਾਨੂੰਨ ਦਾ ਭੋਗ ਕਿਉਂ ਨਹੀਂ ਪਾਉਂਦੇ? CAA ਉਹਦੇ ਤੇ ਆ ਜਾਣਾ। CAA ਜਦ ਕਿ ਕੇਂਦਰ ਦੇ ਅਧਿਕਾਰ ਖੇਤਰ ਦੇ ਵਿੱਚ ਸੀਗਾ, ਉਹਦੇ ਵਿੱਚ ਰਾਜਾਂ ਦਾ ਕੋਈ ਦਖਲਅੰਦਾਜ਼ੀ ਘੱਟ ਸੀਗੀ, ਨਹੀਂ ਸੀਗੀ, ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕਰਦਾ, ਤਾਂ ਉਹਦੇ ਵਾਸਤੇ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦਿਆ ਜਾ ਸਕਦਾ। ਤੇ ਐਡੇ ਵੱਡੇ ਪੰਜਾਬ ਮਾਰੂ ਕਾਨੂੰਨ ਨੂੰ ਰੱਦ ਕਰਨ ਵਾਸਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪਰੇਸ਼ਾਨੀ ਤੇ ਪ੍ਰੋਬਲਮ ਕੀ ਹੈਗੀ ਆ। ਸੋ ਦੋਸਤੋ ਮੈਂ ਇਹ ਗੱਲ ਕਹੂੰਗਾ ਕਿ ਲੋਕ ਇਨਸਾਫ ਪਾਰਟੀ ਨੇ, ਚਾਹੇ ਸਾਡੀ ਪਾਰਟੀ ਛੋਟੀ ਹੈ ਪਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੀ ਹੈ, ਕਰਮ ਕਰਕੇ ਬਲੈਸਿੰਗ ਲੈਂਦੀ ਆ ਪੰਜਾਬੀਆਂ ਦੀਆਂ, ਕਿਉਂਕਿ ਹਮੇਸ਼ਾ ਭ੍ਰਿਸ਼ਟਾਚਾਰ ਦੇ ਖਿਲਾਫ, ਕਰਪਸ਼ਨ ਦੇ ਖਿਲਾਫ, ਨਾ ਇਨਸਾਫੀ ਦੇ ਖਿਲਾਫ ਜੇ ਕਿਸੇ ਨੇ ਰਾਜਨੀਤੀ ਤੋਂ ਪਰੇ ਹਟ ਕੇ ਜ਼ਮੀਨੀ ਹਕੀਕਤ ਤੇ ਕੰਮ ਕੀਤਾ ਤੇ ਉਹ ਭਗਵਾਨ ਗੁਰੂ ਸਾਹਿਬ ਦੀ ਕਿਰਪਾ ਲੋਕ ਇਨਸਾਫ ਪਾਰਟੀ ਦੇ ਸਤਿਕਾਰਯੋਗ ਮੈਂਬਰਾਂ ਨੇ ਕੀਤਾ। ਸੋ ਅਸੀਂ ਇਹ ਪ੍ਰੋਗਰਾਮ ਜਿਹੜਾ ਅਨਾਉਂਸ ਕੀਤਾ ਤੁਹਾਡੇ ਸਾਹਮਣੇ ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਾਂਗੇ ਕਿ ਉਹ ਤੁਰੰਤ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਲੈਣ। ਨਹੀਂ ਅਸੀਂ ਇੱਕ ਯਾਤਰਾ ਸਟਾਰਟ ਕੀਤੀ ਹੈ, ਪਹਿਲਾ ਫੇਸ ਹੈਗਾ, ਉਸ ਤੋਂ ਬਾਅਦ ਪੰਜਾਬ ਦੇ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਹਿੱਤ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ, ਨੀਮ ਹਕੀਮ ਖਤਰਾ ਹੈ ਜਾਨ। ਬਹੁਤ ਸਾਰੇ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ, ਦਲਿਤ ਨੂੰ, ਵਪਾਰੀ ਨੂੰ ਪਤਾ ਹੀ ਨਹੀਂਗਾ ਵੀ 10-12 ਸਾਲ ਬਾਅਦ ਪੰਜਾਬ ਦੇ ਵਿੱਚ ਹੋਣਾ ਕੀ ਹੈ। ਸੋ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇਸ ਪਹਿਲੇ ਫੇਸ ਤੋਂ ਬਾਅਦ ਪੰਜਾਬ ਦੇ ਰਹਿੰਦੇ ਬਾਕੀ ਜ਼ਿਲ੍ਹਿਆਂ ਦੀ ਯਾਤਰਾ ਕਰਕੇ ਲੋਕਾਂ ਨੂੰ ਜਾਗਰੂਕ ਕਰਕੇ ਲਾਮਬੰਦੀ ਦੇ ਨਾਲ ਇੱਕ ਵੱਡਾ ਸੰਘਰਸ਼, ਤਾਂ ਜੋ ਸਮੇਂ ਦੀਆਂ ਸਰਕਾਰਾਂ ਜਿਹੜੀ ਰਾਜਨੀਤੀ ਕਰਦੇ ਹੋਏ ਪੰਜਾਬ ਨੂੰ ਤਬਾਹ ਕਰਨ ਤੇ ਤੁਲੀਆਂ ਨੇ, ਇਹਨਾਂ ਦਾ ਚਿਹਰਾ ਬੇਨਕਾਬ ਕਰਦੇ ਹੋਏ ਪੰਜਾਬ ਦੇ ਹਕੂਕਾਂ ਦੀ ਰਾਖੀ ਕਰ ਸਕੀਏ। ਬਹੁਤ ਧੰਨਵਾਦ। ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਉਹ ਜੀ ਸਦਕੇ ਪੁੱਛ ਸਕਦਾ। ਜਿਹੜੀ ਹਕੂਮਤੀ ਧਿਰ ਹੈਗੀ ਆ, ਜਿਹੜੀ ਰੂਲਿੰਗ ਪਾਰਟੀ ਆ ਕਾਂਗਰਸ, ਜੇ ਤੁਸੀਂ ਗੱਲ ਕੀਤੀ ਆ ਸੂਬੇ ਦੇ ਅੰਦਰ ਕਾਂਗਰਸ ਦੀ ਸਰਕਾਰ ਹੈਗੀ ਆ, ਜਿਹੜਾ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆ, ਬੜੀ ਉਹਨਾਂ ਦੇ ਕੋਲੇ ਗੋਲਡਨ ਐਬਸੋਲੂਟ ਨਹੀਂ ਗੋਲਡਨ ਐਬਸੋਲੂਟ ਮੈਜੋਰਿਟੀ ਆ।
ਜਿਹੜਾ ਕੰਮ ਗਵਰਨਮੈਂਟ ਦੇ ਕਰਨ ਵਾਲਾ ਸਰਕਾਰ ਪਹਿਲਾਂ ਉਹ ਕਿਉਂ ਨਹੀਂ ਕਰਦੀ? ਇਹ ਜਿਹੜਾ ਤੁਸੀਂ ਗੱਲ ਕੀਤੀ ਆ ਜਾਖੜ ਸਾਹਿਬ ਦੀ 19 ਤਰੀਕ ਤੋਂ ਨਟੰਕੀ ਹੈਗੀ ਆ, ਡਰਾਮੇਬਾਜ਼ੀ ਆ, ਉਹ ਸਿਰਫ ਤੇ ਸਿਰਫ ਲੋਕਾਂ ਨੂੰ ਭਰਮਾ ਕੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਐਂਡ ਆਰਐਸਐਸ ਤੋਂ ਇੱਕ ਸੂਤ ਵੀ ਖੱਬੇ ਸੱਜੇ ਨਹੀਂ ਹੋ ਸਕਦੇ। ਤੇ ਜਾਖੜ ਸਾਹਿਬ ਦੀ ਵੀ ਮਜਬੂਰੀ ਹੈਗੀ ਆ। ਜਾਖੜ ਸਾਹਿਬ ਮੁੱਖ ਮੰਤਰੀ ਦਾ ਆਦੇਸ਼ ਤੁਹਾਡੇ ਸਾਹਮਣੇ ਸੁਣਾ ਕੇ ਚਲੇ ਗਏ ਵੀ 19 ਤਰੀਕ ਨੂੰ ਅਸੀਂ ਪੰਜਾਬ ਦੇ ਲੋਕਾਂ ਨੂੰ ਲੈ ਕੇ ਆਲ ਪਾਰਟੀ ਮੀਟਿੰਗ ਇਹ ਉਹ, ਪਰ ਜਿਹੜਾ ਸਰਕਾਰ ਦੇ ਕਰਨ ਵਾਲਾ ਕੰਮ ਹੈਗਾ, ਜਿਹੜਾ ਸਰਕਾਰ ਦੇ ਅਧਿਕਾਰ ਖੇਤਰ 'ਚ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਸੱਦ ਕੇ ਇਸ ਕਾਲੇ ਕਾਨੂੰਨ ਦਾ ਭੋਗ ਪਾਉਣਾ, ਉਧਰ ਕਿਉਂ ਨਹੀਂ ਆਉਂਦੇ? ਉਹ ਪਾ ਕੇ ਜਾਣ ਇਹਦੇ ਨਾਲ ਇਹ ਪੈਦਾ ਹੋ ਜਾਂਦਾ ਕਿ ਕਿਉਂ ਕਾਹਤੋਂ ਵੀ ਸੈਸ਼ਨ ਕਿਉਂ ਨਹੀਂ ਸੱਦ ਰਹੇ, ਇਦਾਂ ਦੇ ਡਰਾਮੇ ਕਿਉਂ? ਮੈਂ ਇਹਦਾ ਜਵਾਬ ਪਹਿਲਾਂ ਵੀ ਦੇ ਕੇ ਹਟਿਆ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਦਾ ਸਨ ਇਨ ਲਾ ਸੰਬੋਲੀ ਸ਼ੂਗਰ ਮਿਲ ਮਿਸਟਰ ਗੁਰਪਾਲ ਸਿੰਘ, ਤੁਹਾਨੂੰ ਪਤਾ ਹੋਊਗਾ, ਉਹ ਸੀਬੀਆਈ ਐਂਡ ਦੂਸਰੀਆਂ ਏਜੰਸੀਆਂ ਨੇ ਚਾਰਜ ਕੀਤਾ, ਉਹਦੀ ਫਾਈਲ ਧਾਗਾ ਬੰਨ ਕੇ ਰੱਖੀ ਹੋਈ ਹੈ, ਧੂੜ ਪੈ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਆਰਐਸਐਸ ਤੇ ਬੀਜੇਪੀ ਦੇ ਆਏ ਹੋਏ ਹੁਕਮਾਂ ਦੇ ਤਹਿਤ ਪੰਜਾਬ ਦੇ ਅੰਦਰ ਗਵਰਨਮੈਂਟ ਚਲਾ ਰਹੇ ਆ। ਪਰਦੇ ਦੇ ਪਿੱਛੇ ਬੀਜੇਪੀ ਦਾ ਮੁੱਖ ਮੰਤਰੀ ਕਹਿ ਸਕਦਾ। ਐਂਡ ਰਹਿ ਗਈ ਗੱਲ ਜਾਖੜ ਸਾਹਿਬ, ਉਹ ਮੁੱਖ ਮੰਤਰੀ ਸਾਹਿਬ ਤੋਂ ਆਦੇਸ਼ ਤੇ ਨਿਰਦੇਸ਼ ਪ੍ਰਾਪਤ ਕਰਕੇ ਤੁਹਾਡੇ ਸਾਹਮਣੇ ਭੰਬਲ ਭੂਸਾ ਖੜਾ ਕਰ ਰਹੇ ਆ, ਚੀਚੀ ਨੂੰ ਚੀਰਾ ਦੇ ਕੇ ਸ਼ਹੀਦ ਬਣਨ ਦੇ ਯਤਨਾਂ ਦਾ ਵੀ ਲਓ ਅਸੀਂ ਇਸ ਕਾਲੇ ਕਾਨੂੰਨ ਦਾ, ਜਿਵੇਂ ਬਾਦਲ ਕਰਦੇ ਆ ਵੀ ਉੱਥੇ ਕੇਂਦਰੀ ਵਜ਼ਾਰਤ ਦੇ ਵਿੱਚ ਬੀਬੀ ਹਰਸਿਮਰਤ ਕੌਰ ਬੈਠੀ ਸਾਈਨ ਕਰਦੀ ਆਰਡੀਨੈਂਸ ਦੇ ਉੱਤੇ, ਤੇ ਪੰਜਾਬ ਦੇ ਵਿੱਚ ਆ ਕੇ ਉਹ ਦੂਜੀਆਂ ਗੱਲਾਂ ਕਰਦੇ ਆ, ਤੇ ਉਹਨਾਂ ਗੱਲਾਂ ਦਾ ਗਡਕਰੀ ਦੇ ਬਿਆਨ ਨੇ ਭੋਗ ਪਾਤਾ, ਫੂਕ ਕੱਢਤੀ। ਐਮਐਸਪੀ ਦੇ ਰੌਲਾ ਪਾਉਂਦੇ ਸੀ ਨਾ, ਉਹ ਵੀ ਫੂਕ ਨਿਕਲ ਗਈ। ਹੁਣ ਬਾਦਲਾਂ ਨੂੰ ਜੇ ਉਹ ਸੱਚੇ ਪੰਜਾਬ ਦੇ ਪ੍ਰਤੀ ਸੁਹਿਰਦ ਹੈਗੇ ਆ, ਅਕਾਲੀ ਦਲ ਸੁਹਿਰਦ ਹੈਗਾ, ਤੁਰੰਤ ਬੀਬਾ ਹਰਸਿਮਰਤ ਕੌਰ ਬਾਦਲ ਅਸਤੀਫਾ ਦੇ ਕੇ ਵਾਪਸ ਆ ਜਾਵੇ। ਇਹ ਜਿਹੜੀਆਂ ਮੈਂ ਗੱਲਾਂ ਬੋਲੀਆਂ ਨੇ ਇਤਿਹਾਸ ਦਾ ਅੰਗ ਬਣ ਗਈਆਂ ਦੋਸਤ। ਇਹ 10-12 ਸਾਲ ਬਾਅਦ ਤੁਸੀਂ ਦੇਖੋਗੇ ਪੰਜਾਬ ਦੇ ਕਿਸਾਨ ਮੈਜੋਰਟੀ ਦੇ ਵਿੱਚ ਤਕਰੀਬਨ 70% ਕਿਸਾਨ ਮੀਡੀਅਮ ਤੇ ਛੋਟਾ ਹੈਗਾ। 70% 10-12 ਸਾਲ ਦੇ ਵਿੱਚ ਜ਼ਮੀਨ ਰਹਿਤ ਹੋ ਜਾਣਗੇ ਇਸ ਕਾਨੂੰਨ ਦੇ ਤਹਿਤ। ਅਸੀਂ ਹਰ ਪਿੰਡ ਦੇ ਵਿੱਚ ਇੰਤਜ਼ਾਮ ਕੀਤਾ ਵੀ ਜਿਹੜਾ 5 ਕਿਲੋਮੀਟਰ ਜਿੱਥੋਂ ਦੀ ਅਸੀਂ ਰੂਟ ਪ੍ਰੋਗਰਾਮ ਆ, 5 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਪਿੰਡ ਖੱਬੇ ਸੱਜੇ, ਅਸੀਂ ਉੱਥੇ ਬਕਾਇਦਾ ਤੌਰ ਤੇ ਅਨਾਉਂਸਮੈਂਟ, ਬ੍ਰੋਸ਼ਰ, ਪੈਂਫਲੇਟਸ ਪਾਏ ਆ। ਅਸੀਂ ਉਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਾਡੀ ਇਸ ਰੋਸ ਯਾਤਰਾ ਦਾ ਪਾਰਟ ਹੈਗਾ। ਉਹਨਾਂ ਦੀ ਪਾਰਟਿਸਿਪੇਸ਼ਨ ਵੀ ਤੁਸੀਂ ਚਾਹੇ 5 ਸਾਈਕਲ 2 ਸਾਈਕਲ ਲੈ ਕੇ ਆਓ, ਅਗਲੇ ਪਿੰਡ ਤੱਕ ਛੱਡ ਕੇ ਆਓ, ਉਸ ਤੋਂ ਅਗਲੇ ਪਿੰਡ ਫਿਰ 5 ਜਾਣ 10 ਜਾਣ 15 ਜਾਣ ਉਹ ਸਾਈਕਲਿਸਟ ਅਗਲੇ ਪਿੰਡ ਤੱਕ, ਤਾਂ ਜੋ ਇੱਕ ਲੋਕ ਲਹਿਰ ਬਣਾਉਣ ਦੀ ਜ਼ਰੂਰਤ ਹੈਗੀ ਆ। ਇਹ ਜਿਹੜੇ ਕਾਂਗਰਸ ਤੇ ਅਕਾਲੀ ਆਪਸ ਦੇ ਵਿੱਚ ਰਲ ਕੇ ਪੰਜਾਬ ਨੂੰ ਲੰਬੇ ਸਮੇਂ ਤੋਂ ਇਹਨਾਂ ਦਾ ਚਿਹਰਾ ਲੋਕਾਂ ਦੀ ਕਚਹਿਰੀ ਦੇ ਵਿੱਚ ਲਿਜਾ ਕੇ ਬੇਨਕਾਬ ਕਰਦੀ ਹੈ, ਲੋਕਾਂ ਨੂੰ ਲਾਮਬੰਦ ਕਰਦੀ ਹੈ। ਹੋ ਸਕਦਾ ਇਸ ਲਾਮਬੰਦੀ ਦੇ ਵਿੱਚ ਪੰਜਾਬ ਦਾ ਬਚਾਅ ਹੋ ਜਾਵੇ। ਰੱਦ ਕਰਕੇ ਜਾਣ ਨਾ, ਪਹਿਲਾਂ ਰੱਦ ਕਰ ਦੇਣ ਵਿਧਾਨ ਸਭਾ 'ਚ, ਫੇਰ ਜਾਣ ਆਲ ਪਾਰਟੀ ਮੀਟਿੰਗ ਲੈ ਕੇ। ਪੈਸਾ ਜਿਹੜਾ ਤੁਸੀਂ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਆ ਜੀ ਜੀ, ਇਹ ਕਿਵੇਂ ਰੱਖੀ ਜਾਵੇ? ਕਿਉਂਕਿ ਜਦੋਂ 50 ਸਾਈਕਲ ਹੈ, 50 ਇੱਕ ਪਹਿਲਾ ਸਵਾਲ ਪੂਰਾ ਹੋ ਗਿਆ। 50 ਸਾਈਕਲ ਤਾਂ ਤੁਸੀਂ ਦਰਬਾਰ ਸਾਹਿਬ ਤੋਂ ਅਕਾਲ ਤਖਤ ਤੋਂ ਸਹੁੰ ਖਾ ਕੇ ਜਾਂ ਤੋਂ ਮਿੱਟੀ ਦੇ ਕੇ ਜ਼ਿਲ੍ਹਾ ਵਾਲੇ ਚਾਲੂ ਹੋਣਾ, ਉਹਦੇ ਬਾਅਦ ਤੁਸੀਂ ਕਹਿ ਰਹੇ ਵੀ ਅੱਗੇ ਜਿਹੜੇ 5 ਕਿਲੋਮੀਟਰ ਦੇ ਪਿੰਡਾਂ ਦੇ ਲੋਕ ਹੋਣਗੇ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਇਹਦੇ ਨਾਲ ਕਿਤਨਾ ਕਿਤੇ ਸੋਸ਼ਲ ਡਿਸਟੈਂਸਿੰਗ, ਵੀ ਮੈਂ ਤੁਹਾਡੇ ਸਵਾਲ ਦੇ ਜਵਾਬ ਤੇ ਆਉਣ ਲੱਗਿਆ। ਸੋਸ਼ਲ ਡਿਸਟੈਂਸਿੰਗ ਤੁਸੀਂ ਸਾਈਕਲ ਚਲਾ ਕੇ ਦੇਖ ਲਓ, ਉਹ 6 ਫੁੱਟ ਦੀ ਦੂਰੀ ਤੇ ਵੈਸੇ ਹੀ ਰਹਿੰਦਾ। ਸਾਈਕਲ ਟੂ ਸਾਈਕਲ 6-7 ਫੁੱਟ ਦੀ ਦੂਰੀ ਨੇੜੇ ਆ ਨਹੀਂ ਸਕਦਾ, ਕਿਉਂਕਿ ਨੇੜੇ ਆਉਣ ਲੱਗਿਆ ਬੈਲੈਂਸ ਅਨਬੈਲੈਂਸ ਹੋ ਜਾਂਦਾ। 6-7 ਫੁੱਟ ਤਾਂ ਵੈਸੇ ਦੂਰ ਆ। ਸੋਸ਼ਲ ਡਿਸਟੈਂਸਿੰਗ ਅਗਲਾ ਕੰਮ ਰਹਿ ਗਿਆ ਕਿ ਅਸੀਂ ਜਿੱਥੇ ਰਾਤ ਕੱਟਣੀ ਆ ਜਾਂ ਦੁਪਹਿਰ ਦਾ ਲੰਗਰ ਛਕਣਾ, ਅਸੀਂ ਉਹ ਵੀ ਇੰਤਜ਼ਾਮ ਕੀਤੇ ਆ। ਉੱਥੇ ਵੀ ਬਕਾਇਦਾ ਤੌਰ ਤੇ ਘੱਟੋ ਘੱਟ 8 ਫੁੱਟ ਦੀ ਦੂਰੀ ਦੇ ਉੱਤੇ, ਤਾਂ ਕਿ ਕੋਈ ਬੰਦਾ ਇਹ ਨਾ ਕਹਿ ਸਕੇ ਕਿ ਇਹਨਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਉਲੰਘਣ ਕੀਤਾ। ਅਸੀਂ ਇਸ ਗੱਲ ਨੂੰ, ਮੈਂ ਪ੍ਰੈਸ ਕਾਨਫਰੰਸ ਸ਼ੁਰੂ ਕਰਨ ਲੱਗਿਆ ਤਾਂ ਹੀ ਇਸੇ ਗੱਲ ਤੋਂ ਸਟਾਰਟ ਕੀਤਾ ਕਿ ਸਭ ਤੋਂ ਪਹਿਲਾਂ ਨਿਯਮਾਂ ਦਾ ਪਾਲਣ ਕੀਤਾ ਜਾਏਗਾ। ਇਸੇ ਕਰਕੇ ਅਸੀਂ 50 ਸਾਈਕਲਿਸਟ ਰੱਖੇ ਆ, ਤਾਂ ਕਿ ਇਹ ਪ੍ਰੋਪਰ ਤਰੀਕੇ ਦੇ ਨਾਲ ਮੇਨਟੇਨ ਰਹਿ ਸਕੇ, ਨਿਯਮਾਂ ਦਾ ਪਾਲਣ ਹੋ ਸਕੇ। ਵੱਧ ਜ਼ਿਆਦਾ ਭੀੜ ਹੋ ਗਈ ਤੇ ਮੈਂ ਸਮਝਦਾ ਕਿ ਉਹ ਆਊਟ ਆਫ ਕੰਟਰੋਲ, ਉਹ ਪਾਲਣ ਨਹੀਂ ਹੋ ਸਕਣਾ। ਇਸੇ ਕਰਕੇ ਸਿਰਫ ਤੇ ਸਿਰਫ 50 ਸਾਈਕਲ ਰੱਖੇ ਆ। ਜੇ ਕੋਈ ਪਿੰਡ ਦੇ ਵਿੱਚੋਂ 2 4 5 10 ਸਾਈਕਲਿਸਟ ਆਉਣਗੇ, ਉਹਨਾਂ ਨੇ ਅਗਲੇ ਪਿੰਡ ਤੱਕ ਜਾਣਾ। ਸਾਈਕਲ ਟੂ ਸਾਈਕਲ ਡਿਸਟੈਂਸ 7-8 ਫੁੱਟ ਦਾ ਹਮੇਸ਼ਾ ਹੁੰਦਾ ਹੀ ਹੁੰਦਾ। ਬੈਂਸ ਸਾਹਿਬ, ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਨੇ ਕਿਹਾ ਕਿ ਅਸੀਂ ਇੱਕ ਪੰਥਕ ਧਿਰ, ਤੀਜਾ ਧਿਰ ਬਣਾਵਾਂਗੇ। ਇਨਸਾਫ ਪਾਰਟੀ ਨਾਲ ਵੀ ਗੱਲ ਕੀਤੀ ਜਾਵੇਗੀ, ਡਾਕਟਰ ਧਰਮਵੀਰ ਗਾਂਧੀ ਨਾਲ ਵੀ, ਸੁਖਪਾਲ ਖਹਿਰਾ ਨਾਲ ਵੀ ਗੱਲ ਕੀਤੀ ਜਾਵੇਗੀ। ਤੁਹਾਡਾ ਕੀ ਸਟੈਂਡ ਹੈ? ਤੁਹਾਡੇ ਨਾਲ ਹੁਣ ਤੱਕ ਗੱਲਬਾਤ ਕੋਈ ਹੋਈ ਹੈ? ਜੇ ਹੁੰਦੀ ਹੈ ਤਾਂ ਫਿਰ ਅੱਗੇ ਲੋਕ ਸਭਾ ਦੀ ਇਲੈਕਸ਼ਨ ਤੋਂ ਪਹਿਲਾਂ, 2019 ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਬਹੁਤ ਵਾਰੀ ਉਹਨਾਂ ਨਾਲ ਸਾਡੀਆਂ ਮੀਟਿੰਗਸ ਹੋਈਆਂ, ਜਿਹੜੀਆਂ
ਪ੍ਰੈਸ ਦੇ ਜ਼ਰੀਏ ਲੋਕਾਂ ਦੀ ਕਚਹਿਰੀ 'ਚ ਵੀ ਗਈਆਂ। ਆਫਟਰ ਲੋਕ ਸਭਾ ਇਲੈਕਸ਼ਨ ਮੇਰੀ ਉਹਨਾਂ ਨਾਲ ਦੋਸਤ ਕਦੇ ਕੋਈ ਗੱਲ ਨਹੀਂ ਹੋਈ। ਜੇ ਉਹ ਇਸ ਪਾਸੇ ਤੁਰਦੇ ਆ ਤੇ ਲੋਕ ਇਨਸਾਫ ਪਾਰਟੀ ਇਸ ਗੱਲ ਦਾ ਸਵਾਗਤ ਕਰਦੀ ਆ। ਤੇ ਇੱਕ ਸਾਦਾ ਮੁੱਦਾ ਚੱਲਿਆ ਹੋਇਆ ਜੀ ਸਿੱਧੂ ਮੂਸੇਵਾਲਾ, ਤੁਹਾਨੂੰ ਸ਼ਾਇਦ ਪਤਾ ਵੀ ਹੋਵੇ, ਤੇ ਮੀਡੀਆ ਕਰਮੀਆਂ ਨੂੰ ਉਹਨੇ ਬੜੀ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ, ਬਹੁਤ ਜ਼ਿਆਦਾ। ਸੋ ਇਹ ਗੱਲ ਸਮਝ ਤੋਂ ਬਾਹਰ ਹੈਗੀ ਆ। ਪੁਲਿਸ ਦਾ ਐਡਾ ਵੱਡਾ ਸੌਫਟ ਕਾਰਨਰ ਕਿਉਂ ਹੈਗਾ? ਜੇ ਕਿਸੇ ਨੇ ਕੋਈ ਕ੍ਰਾਈਮ ਕੀਤਾ, ਸਭ ਤੋਂ ਪਹਿਲਾਂ ਤਾਂ ਉਹ ਲੋਕ ਜਿਨ੍ਹਾਂ ਨੇ ਉਹਨੂੰ ਉੱਥੇ ਲਿਜਾ ਕੇ ਸਰਕਾਰੀ ਅਸਲਾ, ਸਭ ਤੋਂ ਪਹਿਲਾਂ ਤਾਂ ਉਹ ਚੰਗੇ ਵੱਡੇ ਦੋਸ਼ੀ ਹੈਗੇ ਆ, ਕਰੜੀ ਸਜ਼ਾ। ਦੂਸਰਾ ਨੰਬਰ ਮੈਂ ਕਹੂੰਗਾ ਮੀਡੀਆ ਪ੍ਰਤੀ, ਜਦੋਂ ਤਾਂ ਤੁਸੀਂ ਕੋਈ ਚੰਗੀ ਖਬਰ ਲਾਓ ਉਦੋਂ ਤਾਂ ਅਸੀਂ ਕਰੀਏ ਵਾਹ ਵਾਹ, ਤੇ ਜਦੋਂ ਤੁਸੀਂ ਕੋਈ ਸੱਚਾਈ ਦੀ ਲਾ ਦਿਓ ਤੇ ਅਸੀਂ ਫਿਰ ਤੁਹਾਨੂੰ ਮਾੜਾ ਚੰਗਾ ਬੋਲੀਏ, ਇਹ ਬੜੀ ਮਾੜੀ ਗੱਲ ਆ। ਮੀਡੀਆ ਜਿਹੜਾ ਉਹ ਡੈਮੋਕ੍ਰੇਸੀ ਦਾ ਸਭ ਤੋਂ ਮਜ਼ਬੂਤ ਪਿਲਰ ਆ। ਸੋ ਮੇਰੀ ਸਿੱਧੂ ਮੂਸੇਵਾਲਾ ਨੂੰ ਵੀ ਬੇਨਤੀ ਆ ਵੀ ਪੀਸਫੁਲੀ, ਰਿਸਪੈਕਟਫੁਲੀ ਮੀਡੀਆ ਨਾਲ ਵੀ ਪੇਸ਼ ਆਓ, ਤੇ ਜੇ ਕੋਈ ਤੁਹਾਡੇ ਤੇ ਚਾਰਜ ਲੱਗਿਆ ਉਹਨਾਂ ਚਾਰਜਾਂ ਦਾ ਸਾਹਮਣਾ ਕਰੋ ਅਦਾਲਤ ਦੇ ਵਿੱਚ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।